ਹੈਲਥਪਲਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਗੋਮਤੀ ਥਾਪੜ ਹਸਪੀਟਲ ਮੋਗਾ ਅਤੇ ਮਿਲਵਾਨ ਜਾ ਰਹੇ ਹਾਂ ਡਾਕਟਰ ਨੀਲੂ ਕੌੜਾ ਜੀ ਦੇ ਨਾਲ, ਜੋ ਕਿ MBBS MS ਨੇ ਅਤੇ ਇਨਫਰਟੀਲਿਟੀ IVF ਸਪੈਸ਼ਲਿਸਟ ਨੇ। ਡਾਕਟਰ ਨੀਲੂ ਕੌੜਾ ਜੀ ਨੂੰ 20 ਸਾਲਾਂ ਦਾ ਲੰਬਾ ਤਜਰਬਾ ਹੈ ਤੇ ਬੇਔਲਾਦ ਜੋੜਿਆਂ ਲਈ ਡਾਕਟਰ ਨੀਲੂ ਕੌੜਾ ਜੀ ਇੱਕ ਵਰਦਾਨ ਨੇ। ਹਜ਼ਾਰਾਂ ਦੀ ਗਿਣਤੀ ਵਿੱਚ ਬੇਔਲਾਦ ਜੋੜੇ ਇੱਥੇ ਆ ਕੇ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਚੁੱਕੇ ਨੇ। ਸਾਡੀ ਟੀਮ ਨੇ ਡਾਕਟਰ ਨੀਲੂ ਕੌੜਾ ਜੀ ਦੇ ਨਾਲ ਗੱਲਬਾਤ ਕੀਤੀ। ਡਾਕਟਰ ਨੀਲੂ ਕੌੜਾ ਜੀ ਇਨਫਰਟੀਲਿਟੀ ਸਪੈਸ਼ਲਿਸਟ ਹੋਣ ਦੇ ਨਾਲ ਲੈਪਰੋਸਕੋਪਿਕ ਸਰਜਨ ਵੀ ਨੇ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਨੀਲੂ ਕੌੜਾ ਜੀ ਨੇ ਇਨਫਰਟੀਲਿਟੀ ਦੇ ਕਾਰਨ ਤੇ ਉਸ ਦੇ ਨਿਵਾਰਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਆਓ ਕਰਦੇ ਹਾਂ ਗੱਲਬਾਤ ਡਾਕਟਰ ਨੀਲੂ ਕੌੜਾ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ IVF ਦੇ ਪ੍ਰਸਿੱਧ ਡਾਕਟਰ ਨੀਲੂ ਕੌੜਾ ਜੀ ਦੇ ਨਾਲ ਗੱਲਬਾਤ ਕਰਨ। ਡਾਕਟਰ ਨੀਲੂ ਜੀ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਨਮਸਕਾਰ ਜੀ। ਨਮਸਕਾਰ। ਨੀਲੂ ਜੀ, ਕੀ ਕਹਿਣਾ ਚਾਹੋਗੇ ਕਿ ਲੰਬੇ ਸਮੇਂ ਤੋਂ ਤੁਸੀਂ ਇਸ ਸੇਵਾ ਦੇ ਵਿੱਚ ਲੱਗੇ ਹੋਏ ਹੋ ਔਰ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਬੇਔਲਾਦ ਜਿਹੜੇ ਕਪਲ ਸੀਗੇ ਉਹਨਾਂ ਨੂੰ ਇੱਕ ਆਸ ਦਿੱਤੀ, ਉਹਨਾਂ ਨੂੰ ਜ਼ਿੰਦਗੀ ਦਿੱਤੀ, ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਾਈ। ਕੀ ਕਹਿਣਾ ਚਾਹੋਗੇ, ਕਿਵੇਂ ਨਿਕਲਿਆ ਇਹ ਸਫ਼ਰ? ਤੁਸੀਂ ਸਟਾਰਟਿੰਗ ਕੀਤੀ ਉਸ ਟਾਈਮ ਦੇ ਉੱਤੇ ਮੋਗੇ ਦੇ ਵਿੱਚ, ਮੇਰਾ ਖਿਆਲ ਆ ਵੀ ਪਹਿਲੇ ਫਸਟ ਸੈਕਿੰਡ ਸੀ ਤੁਸੀਂ ਜਿਨ੍ਹਾਂ ਨੇ ਇਹ ਸੇਵਾ ਸਟਾਰਟ ਕੀਤੀ। ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਆਪਣਾ IVF ਸੈਂਟਰ 2013 'ਚ ਸਟਾਰਟ ਕੀਤਾ। ਉਦੋਂ ਮੋਗਾ 'ਚ ਅਸੀਂ ਸੈਕਿੰਡ IVF ਸੈਂਟਰ ਸੀ। ਇਹਨਾਂ ਪੂਰੇ 8-9 ਸਾਲਾਂ ਦਾ ਜੋ ਮੇਰੀ ਜਰਨੀ ਹੈ ਉਹਦੇ 'ਚ ਮੇਰਾ ਐਕਸਪੀਰੀਅੰਸ ਇਹੀ ਰਿਹਾ ਹੈ ਕਿ ਇਨਫਰਟੀਲਿਟੀ ਦੀ ਅੱਜ ਦੀ ਡੇਟ 'ਚ ਇੰਸੀਡੈਂਸ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਈ ਹੈ। ਆਲਦੋ ਲੋਕਾਂ ਦੀ ਅਵੇਅਰਨੈਸ ਵੀ ਵਧੀ ਹੈ। ਜਿਵੇਂ 8-9 ਸਾਲ ਪਹਿਲਾਂ ਲੋਕ IVF ਨੂੰ ਬਹੁਤ ਜ਼ਿਆਦਾ ਇੱਕ ਟੈਬੂ ਮੰਨਦੇ ਸੀ, ਪਰ ਅੱਜ ਕੱਲ੍ਹ ਲੋਕ ਇਸ ਚੀਜ਼ ਬਾਰੇ ਅਵੇਅਰ ਜ਼ਰੂਰ ਨੇ ਕਿ IVF IUI ਇਸ ਤਰ੍ਹਾਂ ਦੀਆਂ ਟੈਕਨੀਕਸ ਹੁੰਦੀਆਂ ਜਿਹਦੇ ਨਾਲ ਪ੍ਰੈਗਨੈਂਟ ਹੋਣ 'ਚ ਹੈਲਪ ਹੁੰਦੀ ਹੈ। ਲੋਕਾਂ 'ਚ ਐਕਸੈਪਟੈਂਸ ਆ ਗਈ ਹੈ, ਬਟ ਫਿਰ ਵੀ ਬਹੁਤ ਸਾਰੀਆਂ ਮਿਥਸ ਔਰ ਇੱਕ ਜਿਵੇਂ ਕਹਿ ਲਓ ਕਿ ਸਮਾਜਿਕ ਟੈਬੂਜ਼ ਹਲੇ ਵੀ ਇਸ ਚੀਜ਼ ਨਾਲ ਜੁੜੇ ਹੋਏ ਨੇ। ਮੈਂ ਇਹੀ ਕਹਿਣਾ ਚਾਹੂੰਗੀ ਕਿ ਮੇਰੇ ਐਕਸਪੀਰੀਅੰਸ ਨਾਲ ਮੈਂ ਇਹੀ ਦਰਸਾਉਣਾ ਚਾਹੂੰਗੀ, ਸਟ੍ਰੈਸ ਕਰਨਾ ਚਾਹੂੰਗੀ ਕਿ ਇਸ ਚੀਜ਼ ਨੂੰ ਇੱਕ ਬਿਮਾਰੀ ਦੀ ਤਰ੍ਹਾਂ ਨਾ ਲਿਆ ਜਾਏ। ਅੱਜ ਦੀ ਲਾਈਫ ਸਾਡੀ ਇੰਨੀ ਸਟ੍ਰੈਸਫੁਲ ਹੈ ਕਿ ਫੈਮਲੀਜ਼ ਨੰਬਰ ਆਫ ਫੈਮਲੀ ਮੈਂਬਰਸ ਘਟਦੇ ਜਾ ਰਹੇ ਨੇ। ਨਿਊਕਲੀਅਰ ਫੈਮਲੀਜ਼, ਮੈਨ ਪਾਵਰ ਦੀ ਘਾਟ ਹੋਣ ਕਰਕੇ ਹਰ ਫੈਮਲੀ ਦੇ ਹਰ ਬੰਦੇ 'ਤੇ ਵਰਕਲੋਡ, ਸਟ੍ਰੈਸ ਬਹੁਤ ਜ਼ਿਆਦਾ ਹੈ। ਇਸ ਕਰਕੇ ਫੈਮਲੀ ਕੰਪਲੀਟ ਕਰਨ ਨੂੰ ਇੱਕ ਪ੍ਰਾਇਓਰਿਟੀ ਦੇਣੀ ਚਾਹੀਦੀ ਹੈ ਔਰ ਜੋ ਵੀ ਆਪਣੇ ਕੋਲ ਸੁਵਿਧਾਵਾਂ ਉਪਲਬਧ ਨੇ ਉਹਨਾਂ ਨੂੰ ਇੱਕ ਟੈਬੂ ਨਾ ਸਮਝ ਕੇ ਸਿਰਫ ਇੱਕ ਏਡ ਜਾਂ ਇੱਕ ਹੈਲਪ ਸਮਝ ਕੇ ਅਪਣਾਉਣਾ ਚਾਹੀਦਾ ਹੈ ਕਿ ਇਹ ਸਿਰਫ ਇੱਕ ਹੈਲਪ ਹੈ ਜਿਹਦੇ ਨਾਲ ਸਾਡੀ ਲਾਈਫ ਦਾ ਇੱਕ ਬਹੁਤ ਵੱਡਾ ਸਟ੍ਰੈਸ ਕਿ ਫੈਮਿਲੀ ਕੰਪਲੀਟ ਹੋਵੇ, ਇਸ ਚੀਜ਼ ਦਾ ਜੋ ਸਟ੍ਰੈਸ ਹੈ ਉਹ ਜਲਦੀ ਤੋਂ ਜਲਦੀ ਅਸੀਂ ਖ਼ਤਮ ਕਰਨਾ ਹੈ। ਆਪਣੀ ਅਪਰੋਚ ਨੂੰ ਬਦਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਦੇਖਿਆ ਕਿ ਜਦੋਂ ਪੇਸ਼ੈਂਟ ਇਸ ਚੀਜ਼ ਨਾਲ ਸਟਰਗਲ ਕਰ ਰਿਹਾ ਹੁੰਦਾ ਔਰ ਸਾਡੇ ਕੋਲ ਆਉਂਦਾ, ਉਹਦੇ ਚਿਹਰੇ ਦੇ ਹਾਵ ਭਾਵ ਬਿਲਕੁਲ ਅਲੱਗ ਹੁੰਦੇ ਨੇ ਔਰ ਜਿਵੇਂ ਹੀ ਉਹ ਕਨਸੀਵ ਕਰ ਜਾਂਦਾ ਉਹਦੀ ਬੋਡੀ ਲੈਂਗੁਏਜ ਥੋੜ੍ਹੀ ਚੇਂਜ ਹੁੰਦੀ ਹੈ। ਉਹਨੂੰ ਕੁਝ ਦਿਨ ਲੱਗਦੇ ਹੈ ਵਿਸ਼ਵਾਸ ਕਰਨ 'ਚ ਕਿ ਰੀਅਲੀ ਇਹ ਚੀਜ਼ ਮੇਰੇ ਨਾਲ ਹੋ ਗਈ ਹੈ ਜਿਸ ਚੀਜ਼ ਦਾ ਮੈਨੂੰ ਇੰਨੀ ਦੇਰ ਤੋਂ ਇੰਤਜ਼ਾਰ ਸੀ। ਔਰ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਪ੍ਰੈਗਨੈਂਸੀ ਅੱਗੇ ਵੱਧਦੀ ਹੈ ਅਸੀਂ ਪੇਸ਼ੈਂਟ ਦੇ ਚਿਹਰੇ ਤੋਂ, ਉਹਦੀ ਬੋਡੀ ਲੈਂਗੁਏਜ ਤੋਂ ਇਹ ਅੰਦਾਜ਼ਾ ਲਗਾਉਂਦੇ ਹਾਂ ਕਿ ਉਹਦੀ ਲਾਈਫ ਹੁਣ ਕਿਸ ਤਰ੍ਹਾਂ ਬਿਲਕੁਲ ਨੋਰਮਲ ਪਟਰੀ 'ਤੇ ਆ ਗਈ ਹੈ। ਸੋ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਫੈਮਿਲੀ ਕੰਪਲੀਟ ਕਰਨਾ ਜਾਂ ਇੱਕ ਬੱਚਾ ਪੈਦਾ ਕਰਨਾ ਆਪਣੀ ਪ੍ਰਾਇੋਰਿਟੀ ਹੈ। ਜੇ ਆਪਣੀ ਇਹ ਪ੍ਰਾਇੋਰਿਟੀ ਹੈ ਤਾਂ ਕਿਉਂ ਨਾ ਆਪਾਂ ਇਸ ਨੂੰ ਜਲਦੀ ਤੋਂ ਜਲਦੀ ਕਰਨ ਲਈ ਜੋ ਸਾਇੰਟੀਫਿਕ ਤਰੀਕੇ ਅਵੇਲੇਬਲ ਨੇ, ਹੈਲਪਸ ਅਵੇਲੇਬਲ ਨੇ, ਉਹਨਾਂ ਦੀ ਹੈਲਪ ਲੈ ਕੇ ਆਪਣੀ ਲਾਈਫ ਦੀ ਕੁਆਲਿਟੀ ਨੂੰ ਇੰਪਰੂਵ ਕਰ ਸਕੀਏ। ਦੂਸਰਾ ਮਿਥ ਇਹ ਬਹੁਤ ਜ਼ਿਆਦਾ ਪ੍ਰੈਵਲੈਂਟ ਹੈ ਇਸ ਚੀਜ਼ ਨੂੰ ਲੈ ਕੇ ਕਿ IVF ਜਾਂ IUI ਜਾਂ ਕੋਈ ਵੀ ਇਸ ਤਰ੍ਹਾਂ ਦੀ ਜੇ ਅਸੀਂ ਹੈਲਪ ਲੈਂਦੇ ਹਾਂ ਤਾਂ ਉਹ ਇੱਕ ਆਰਟੀਫਿਸ਼ੀਅਲ ਚੀਜ਼ ਹੈ, ਜਦਕਿ ਇਸ ਤਰ੍ਹਾਂ ਕੁਛ ਵੀ ਨਹੀਂ ਹੈ। ਇਹ ਸਿਰਫ ਕਪਲਸ ਨੂੰ ਹੈਲਪ ਕਰਦਾ ਹੈ ਤਾਂ ਕਿ ਉਹਨਾਂ ਦੀ ਪ੍ਰੈਗਨੈਂਸੀ ਜਲਦੀ ਹੋ ਜਾਏ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਤੁਸੀਂ
ਪੇਸ਼ੈਂਟ ਨੂੰ ਪਹਿਲਾਂ ਈ ਜ਼ੋਨ 'ਚ ਲੈ ਕੇ ਜਾਂਦੇ ਹੋ, ਕਾਉਂਸਲਿੰਗ ਕਰਦੇ ਹੋ, ਔਰ ਬਹੁਤ ਸਾਰੇ ਪੇਸ਼ੈਂਟ ਜਿਹੜੇ ਮਲਟੀਪਲ IVF ਫੇਲਰ ਹੁੰਦੇ ਨੇ, 2-2 3-3 ਵਾਰ ਫੇਲਰ ਹੁੰਦੇ ਨੇ, ਜਦੋਂ ਡਾਕਟਰ ਨੀਲੂ ਕੋਲ ਆ ਜਾਂਦੇ ਨੇ, ਤੁਸੀਂ ਉਹਨਾਂ ਦੇ ਨਾਲ ਇੱਕ ਜਿਹੜਾ ਹੈਗਾ ਸਿੰਪਲਿਸਿਟੀ ਦੇ ਨਾਲ ਉਹਨਾਂ ਨੂੰ ਅਟੈਚ ਕਰਦੇ ਹੋ, ਉਹਨਾਂ ਦੀ ਕਾਉਂਸਲਿੰਗ ਕਰਦੇ ਹੋ, ਟਾਈਮ ਜਿਹੜਾ ਕਾਫੀ ਤੁਸੀਂ ਲੈਂਦੇ ਹੋ ਉਹਨਾਂ ਦੇ ਨਾਲ। ਔਰ ਸਭ ਤੋਂ ਵੱਡੀ ਗੱਲ ਆ ਕਿ ਤੁਹਾਡੇ ਹਸਬੈਂਡ ਜਿਹੜੇ ਉਹ ਵੀ ਇੱਕ ਬਹੁਤ ਵਧੀਆ ਇਨਸਾਨ ਔਰ ਯੂਰੋਲੋਜਿਸਟ ਨੇ, ਔਰ ਤੁਹਾਡਾ ਦੋਨਾਂ ਦਾ, ਕਿਉਂਕਿ ਜਦੋਂ ਹਸਬੈਂਡ ਵਾਈਫ ਦੋਨੇ ਇਸ ਪ੍ਰੋਬਲਮ ਤੋਂ ਗ੍ਰਸਤ ਹੁੰਦੇ ਆ ਤਾਂ ਦੋਨਾਂ ਦੇ ਨਾਲ ਕਾਉਂਸਲਿੰਗ ਕਰਨੀ, ਕਈ ਵਾਰ ਇਹ ਵੀ ਟੈਬੂ ਹੁੰਦਾ ਵੀ ਜੈਂਟਸ ਨੂੰ ਲੇਡੀਜ਼ ਦੇ ਨਾਲ ਗੱਲ ਕਰਨੀ ਔਖੀ ਲੱਗਦੀ ਆ, ਕਿਉਂਕਿ ਤੁਸੀਂ ਦੋਨੇ ਆਨੇ, ਤੁਸੀਂ ਔਰ ਤੁਹਾਡੇ ਹਸਬੈਂਡ ਦੋਨੇ ਅਟੈਚ ਹੋਏ ਇਸ ਚੀਜ਼ ਦੇ ਵਿੱਚ, ਤਾਂ ਉਹਨਾਂ ਦੇ ਲਈ ਇੱਕ ਈਜ਼ੀ ਜ਼ੋਨ ਦੇ ਵਿੱਚ ਜਾ ਵੜਦੇ ਆ ਦੋਨੇ। ਜਦੋਂ ਗੱਲਬਾਤ ਸਾਰੀ ਕਲੈਰਿਟੀ ਹੁੰਦੀ ਆ, ਔਰ ਕਈ ਵਾਰ ਉਹ ਸਿੰਪਲ ਰੀਜ਼ਨਸ ਹੁੰਦੇ ਆ, ਔਰ ਜਿਨ੍ਹਾਂ ਨੂੰ ਤੁਸੀਂ ਰਿਮੂਵ ਕਰਕੇ ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ, ਬਹੁਤ ਐਸੇ ਕਪਲਸ ਤੁਹਾਡੇ 8 ਸਾਲਾਂ ਦੇ ਕੈਰੀਅਰ 'ਚ ਆਏ ਜਿਨ੍ਹਾਂ ਨੇ ਕਾਫੀ ਮਤਲਬ ਪਰੇਸ਼ਾਨੀ ਦੇ ਦੌਰ ਸੀ, ਤੁਸੀਂ ਉਹਨਾਂ ਨੂੰ ਈ ਜ਼ੋਨ 'ਚ ਲੈ ਕੇ ਔਰ ਉਹਨਾਂ ਨੇ ਕਨਸੀਵ ਕਰ ਲਿਆ। ਬਿਲਕੁਲ, ਇਹ ਬਹੁਤ ਇੰਪੋਰਟੈਂਟ ਹੈ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਕੋਈ ਬਿਮਾਰੀ ਨਹੀਂ ਹੈ ਜਿਹਦਾ ਅਸੀਂ ਕੋਈ ਇਲਾਜ ਦੇਣਾ ਹੈ। ਇਟ ਇਜ਼ ਅ ਸਿਚੁਏਸ਼ਨ ਜਿਹਨੂੰ ਇੱਕ ਕਪਲ ਫੇਸ ਕਰ ਰਿਹਾ, ਔਰ ਸਾਡੇ ਸੈਂਟਰ 'ਚ ਇਹੀ ਫਾਇਦਾ ਹੈ ਕਿ ਮੇਲ ਪਾਰਟਨਰ ਯਾਨੀ ਕਿ ਹਸਬੈਂਡ ਦੀ ਕਾਉਂਸਲਿੰਗ ਲਈ, ਉਹਨਾਂ ਦੀ ਐਗਜ਼ਾਮੀਨੇਸ਼ਨ ਲਈ ਡਾਕਟਰ ਆਸ਼ੀਸ਼ ਇੱਕ ਐਂਡਰੋਲੋਜਿਸਟ ਦੇ ਤੌਰ 'ਤੇ ਅਵੇਲੇਬਲ ਹੁੰਦੇ ਨੇ, ਔਰ ਮੈਂ ਫੀਮੇਲ ਪਾਰਟਨਰ ਦੀ ਐਗਜ਼ਾਮੀਨੇਸ਼ਨ ਔਰ ਕਾਉਂਸਲਿੰਗ ਲਈ ਅਵੇਲੇਬਲ ਹੁੰਦੀ ਹੈ, ਅਤੇ ਅਸੀਂ ਦੋਨੋਂ ਮਿਲ ਕੇ ਕਪਲ ਨੂੰ ਐਜ਼ ਅ ਕਪਲ ਟਰੀਟ ਕਰਦੇ ਹਾਂ, ਔਰ ਪੇਸ਼ੈਂਟ ਨੂੰ ਮੇਲ ਪਾਰਟਨਰ ਲਈ ਕਿਤੇ ਹੋਰ ਨਹੀਂ ਜਾਣਾ ਪੈਂਦਾ। ਦੂਸਰੀ ਗੱਲ ਹੈ ਕਿ ਅਸੀਂ ਉਹਨਾਂ ਦੀ ਸਿਚੁਏਸ਼ਨ ਬਾਰੇ ਉਹਨਾਂ ਨੂੰ ਅੱਛੀ ਤਰ੍ਹਾਂ ਜਾਣਕਾਰੀ ਦਿੰਦੇ ਹਾਂ, ਟ੍ਰੀਟਮੈਂਟ ਬਾਰੇ ਟਰਾਂਸਪੇਰੈਂਟ ਵੇ ਨਾਲ ਉਹਨਾਂ ਨੂੰ ਜਾਣਕਾਰੀ ਦਿੰਦੇ ਹਾਂ, ਉਹਨਾਂ ਨੂੰ ਟਾਈਮ ਦਿੰਦੇ ਹਾਂ ਕਿ ਉਹ ਡਿਸੀਜਨ ਲੈ ਸਕਣ, ਔਰ ਸਾਰਾ ਕੰਮ ਬਹੁਤ ਹੀ ਟਰਾਂਸਪੇਰੈਂਸੀ ਨਾਲ, ਪੇਸ਼ੈਂਟ ਦੀ ਮਰਜ਼ੀ ਨਾਲ, ਪੇਸ਼ੈਂਟ ਦੀ ਇੱਕ ਸਟੈਪ ਦੀ ਪੇਸ਼ੈਂਟ ਨੂੰ ਨੌਲੇਜ ਹੁੰਦੀ ਹੈ ਕਿ ਉਹਦੇ ਨਾਲ ਹੋ ਕੀ ਰਿਹਾ ਹੈ, ਮੈਡੀਕੇਸ਼ਨ ਦਾ ਕੀ ਪਰਪਸ ਹੈ, ਕਿਸੇ ਪ੍ਰੋਸੀਜਰ ਦਾ ਕੀ ਪਰਪਸ ਹੈ, ਪ੍ਰੋਪਰ ਕਾਉਂਸਲਿੰਗ ਕੀਤੀ ਜਾਂਦੀ ਹੈ ਤਾਂ ਕਿ ਪੇਸ਼ੈਂਟ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਟ੍ਰੈਸ ਨਾ ਹੋਏ। ਈਵਨ ਪੇਸ਼ੈਂਟ ਦੀ ਇਕਨੋਮਿਕ ਕੰਡੀਸ਼ਨ ਨੂੰ ਵੀ ਅਸੀਂ ਮੱਦੇਨਜ਼ਰ ਰੱਖਦੇ ਹਾਂ, ਔਰ ਉਹਨਾਂ ਨਾਲ ਪੂਰੀ ਟਰਾਂਸਪੇਰੈਂਸੀ ਨਾਲ ਕਾਉਂਸਲਿੰਗ ਕਰਦੇ ਹਾਂ ਕਿ ਕਿਹੜੇ ਮੈਥਡ 'ਚ ਕੀ ਖਰਚਾ ਆਏਗਾ ਔਰ ਕੀ ਚਾਂਸਿਸ ਆਫ ਕੰਸੈਪਸ਼ਨ ਨੇ, ਕਿਉਂਕਿ ਅਸੀਂ ਐਜ਼ ਅ ਟੀਮ ਪੇਸ਼ੈਂਟ ਐਂਡ ਡਾਕਟਰਸ ਐਜ਼ ਅ ਟੀਮ ਵਰਕ ਕਰਦੇ ਹਾਂ ਤਾਂ ਕਿ ਅਸੀਂ ਪੇਸ਼ੈਂਟ ਦੇ ਐਗਜ਼ਿਸਟਿੰਗ ਹਾਲਾਤਾਂ 'ਚ ਉਹਨੂੰ ਔਲਾਦ ਦੀ ਖੁਸ਼ੀ ਦੇ ਸਕੀਏ। ਤਾਂ ਕਈ ਵਾਰ ਅਨਡਿਫਾਈਨਡ ਜਿਹੜੀ ਟਿਊਬਰਕਲੋਸਿਸ ਹੈਗੀ ਆ, ਉਹ ਵੀ ਇੱਕ ਬੜਾ ਵੱਡਾ ਹਰਡਲ ਬਣ ਰਿਹਾ ਪੰਜਾਬ, ਖਾਸ ਕਰਕੇ ਪੰਜਾਬ ਦੇ ਵਿੱਚ, ਔਰ ਤੁਸੀਂ ਉਹ ਕਈ ਵਾਰੀ ਨਹੀਂ ਵੀ ਆਉਂਦਾ, ਲੇਕਿਨ ਤੁਹਾਡਾ ਐਕਸਪੀਰੀਅੰਸ ਜਿਹੜਾ ਹੈਗਾ, ਜਿੱਦਾਂ ਤੁਸੀਂ 8 ਸਾਲ ਤੋਂ ਇਸ ਸੇਵਾ ਦੇ ਵਿੱਚ ਲੱਗੇ ਹੋਏ ਹੋ, ਤਾਂ ਤੁਸੀਂ ਆਟੋਮੈਟਿਕਲੀ ਤੁਹਾਨੂੰ ਲੱਗਣ ਲੱਗ ਜਾਂਦਾ ਵੀ ਨਹੀਂ, ਇਹ ਤਾਂ ਟਿਊਬਰਕਲੋਸਿਸ ਹੋ ਸਕਦੀ ਹੈ, ਵੀ ਆ ਵੀ ਨਹੀਂ ਰਹੀ ਲੇਕਿਨ ਹੋ ਸਕਦੀ ਟਿਊਬਰਕਲੋਸਿਸ ਹੀ ਹੈਗੀ ਆ, ਔਰ ਉਹਨੂੰ ਵੀ ਕਈ ਵਾਰੀ ਤੁਸੀਂ ਟਰੀਟ ਕਰਕੇ ਤੇ ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਾਈ। ਹਾਂਜੀ, ਇਸ ਤਰ੍ਹਾਂ ਦੇ ਵੀ ਕੁਝ ਕੇਸਿਸ ਹੁੰਦੇ ਨੇ। ਉਹਨਾਂ ਲਈ ਸਾਡੇ ਕੋਲ ਐਡਵਾਂਸਡ ਟੈਸਟ ਨੇ ਜਿਨ੍ਹਾਂ ਨੂੰ ਜੋ ਐਗਜ਼ੈਕਟਲੀ ਇਹ ਨਹੀਂ ਦੱਸਦੇ ਕਿ ਵੀ ਟਿਊਬਰਕਲੋਸਿਸ ਹੈ, ਬਟ ਬਿਕੋਜ਼ ਮੈਂ ਇੱਕ ਲੈਪਰੋਸਕੋਪਿਕ ਸਰਜਨ ਵੀ ਹਾਂ, ਅਸੀਂ ਲੈਪਰੋਸਕੋਪੀ, ਹਿਸਟਰੋਸਕੋਪੀ ਸਭ ਕੁਝ ਮੈਂ ਖੁਦ ਹੀ ਕਰਦੀ ਹਾਂ ਆਪਣੇ ਹਸਪੀਟਲ 'ਚ ਹੀ, ਪੇਸ਼ੈਂਟ ਨੂੰ ਕਿਤੇ ਬਾਹਰ ਨਹੀਂ ਜਾਣਾ ਪੈਂਦਾ। ਤਾਂ ਇਹ ਸਾਰੀਆਂ ਪ੍ਰੋਸੀਜਰਸ ਕਰਕੇ ਸਾਨੂੰ ਪੇਸ਼ੈਂਟ ਦੇ ਯੂਟਰਸ ਔਰ ਅੰਦਰਲੀ ਸਿਚੁਏਸ਼ਨ ਬਾਰੇ ਪਤਾ ਲੱਗਦਾ ਹੈ, ਔਰ ਸਾਨੂੰ ਇਹ ਹਿੰਟਸ ਮਿਲਦੇ ਹੈ ਕਿ ਕਿਸੇ ਤਰ੍ਹਾਂ ਦੀ ਪੈਲਵਿਕ ਇਨਫੈਕਸ਼ਨਸ ਜਿਵੇਂ ਕਿ ਟਿਊਬਰਕਲੋਸਿਸ ਔਰ ਐਨੀ ਕਾਈਂਡ ਆਫ ਅਦਰ ਇਨਫੈਕਸ਼ਨ ਹੋ ਸਕਦਾ ਹੈ। ਤਾਂ ਇਹ ਸਾਰੇ ਪ੍ਰੋਸੀਜਰਸ ਖੁਦ ਕਰਕੇ ਸਾਨੂੰ ਹੈਲਪ ਮਿਲਦੀ ਹੈ, ਔਰ ਅਸੀਂ ਪ੍ਰੋਪਰ ਗਾਈਡੈਂਸ ਔਰ ਪ੍ਰੋਪਰ ਟਰੀਟਮੈਂਟ ਨਾਲ ਪੇਸ਼ੈਂਟ ਨੂੰ ਹੈਲਪ ਕਰ ਸਕਦੇ ਹਾਂ। ਤਾਂ ਸਰ, ਜੋ ਐਂਬੀਐਂਸ ਇਸ ਹਸਪੀਟਲ ਦੇ ਵਿੱਚ ਹੈ, ਜਿਸ ਤਰੀਕੇ ਦੇ ਨਾਲ ਬਹੁਤ ਹੀ ਬੈਸਟ ਤਰੀਕੇ ਦੇ ਨਾਲ ਤੁਹਾਡੇ ਜਿਹੜੇ IVF ਦੇ ਇਸ ਸੈਂਟਰ ਨੂੰ ਤੁਸੀਂ ਚਲਾ ਰਹੇ ਹੋ, ਜਿਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਮੌਜੂਦ ਹੈ, ਔਰ ਮਾਡਰਨਾਈਜੇਸ਼ਨ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਡਸਟ ਨਹੀਂ ਹੈ, ਔਰ ਬਹੁਤ ਕਲੈਰਿਟੀ ਹੈ ਇਹਦੇ 'ਚ। ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਈ ਜ਼ੋਨ 'ਚ ਲੈ ਕੇ ਜਾਣ ਵਾਲਾ ਕੰਮ ਹੈਗਾ, ਔਰ ਇੱਥੇ ਜਿਹੜਾ ਵੀ ਪੇਸ਼ੈਂਟ ਇੱਕ ਵਾਰ ਆ ਜਾਂਦਾ ਹੈਗਾ, ਉਹਨੂੰ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਬਿਲਕੁਲ ਪਾਰਦਰਸ਼ੀ ਢੰਗ ਦੇ ਨਾਲ ਉਹਨੂੰ ਦੱਸ ਕੇ ਵੀ ਭਾਈ ਤੇਰੇ ਇੰਨੇ ਪੈਸੇ ਲੱਗਣਗੇ, ਔਰ IVF ਦਾ ਮਤਲਬ ਇਹ ਨਹੀਂਗਾ ਵੀ ਤੇਰੇ ਬੱਚਾ ਹੀ ਹੋ ਜਾਊਗਾ, ਇਹ ਤਾਂ ਪਰਮਾਤਮਾ ਦੇ ਬੱਚਾ ਤਾਂ ਦੇਣਾ ਪਰਮਾਤਮਾ ਨੇ, ਲੇਕਿਨ IVF ਦਾ ਮਤਲਬ ਸਾਡੀ ਟਰਾਈ ਹੈ ਜਿਹੜੀ 100% ਹੋਊਗੀ, ਜਿਹਦੇ ਵਿੱਚ ਜਿਹੜੇ ਰਿਜ਼ਲਟਸ ਹੈਗੇ ਆ ਪਰਮਾਤਮਾ ਨੇ ਵਧੀਆ ਦੇ ਦੇਣ। ਬਿਲਕੁਲ, ਅਸੀਂ ਓਵਰ ਅ ਪੀਰੀਅਡ ਆਫ 9 years ਇਸ ਤਰ੍ਹਾਂ ਦਾ ਇੱਕ ਪ੍ਰੋਟੋਕੋਲ ਡਿਵਾਈਸ ਕੀਤਾ ਹੈ ਜਿਹਦੇ ਨਾਲ ਪੇਸ਼ੈਂਟ ਨੂੰ ਫਸਟ ਅਟੈਂਪਟ 'ਚ ਪ੍ਰੈਗਨੈਂਟ ਹੋਣ ਦੇ ਚਾਂਸਿਸ ਕਾਫੀ ਹਾਈ ਹੋ ਜਾਂਦੇ ਨੇ। ਆਫ ਕੋਰਸ ਅਸੀਂ ਰੱਬ ਤਾਂ ਨਹੀਂ ਬਣ ਸਕਦੇ ਕਿ ਅਸੀਂ ਇਹ ਚੈਲੰਜ ਲਈਏ ਕਿ 100% ਰਿਜ਼ਲਟ ਹੈ, ਕਿਉਂਕਿ ਇਹ ਕਹਿਣਾ ਬਿਲਕੁਲ ਗਲਤ ਹੋਏਗਾ। ਬਟ ਯੈਸ, ਅਸੀਂ ਆਪਣੇ ਵੱਲੋਂ ਓਵਰ ਦ ਪੀਰੀਅਡ ਆਫ ਈਅਰਸ ਆਪਣੇ ਐਕਸਪੀਰੀਅੰਸ ਨਾਲ ਇੱਕ ਪ੍ਰੋਟੋਕੋਲ
IVF ਪ੍ਰੋਸੈਸ ਦਾ ਇੱਕ ਪ੍ਰੋਟੋਕੋਲ ਡਿਜ਼ਾਈਨ ਕੀਤਾ ਜਿਹਦੇ ਨਾਲ ਸਾਨੂੰ ਇਹ ਤਸੱਲੀ ਹੁੰਦੀ ਹੈ ਕਿ ਅਸੀਂ ਆਪਣੇ ਫਰਸਟ ਅਟੈਂਪਟ 'ਚ ਪੇਸ਼ੈਂਟ ਨੂੰ ਬੈਸਟ ਤੋਂ ਬੈਸਟ ਦਿੱਤਾ ਹੈ ਔਰ ਇਸ ਕਰਕੇ ਜੋ ਸਾਡੇ ਜੋ ਸਕਸੈਸ ਰੇਟ ਹੈ ਸਾਡਾ ਉਹ 30-35 ਜੋ ਕਿ ਪਹਿਲਾਂ 30-35% ਹੁੰਦਾ ਸੀ ਪਰ ਹੁਣ ਆਲਮੋਸਟ 70 to 80% ਚਲਾ ਗਿਆ ਹੈ। ਇਟ ਇਜ਼ ਆਲ ਬਿਕੋਜ਼ we have over the period of years we have devised certain methods, certain steps ਜੋ ਅਸੀਂ ਫਸਟ ਅਟੈਂਪਟ 'ਚ ਹੀ ਪੇਸ਼ੈਂਟ ਨੂੰ ਦਿੰਦੇ ਹਾਂ ਵਿਦਆਊਟ ਐਨੀ ਐਕਸਟਰਾ ਚਾਰਜਿਸ। ਉਹਦੇ ਨਾਲ ਫਸਟ ਅਟੈਂਪਟ 'ਚ ਜਦੋਂ ਪੇਸ਼ੈਂਟ ਨੂੰ ਪ੍ਰੈਗਨੈਂਸੀ ਮਿਲਦੀ ਹੈ ਤਾਂ ਉਹ ਜੋ ਖੁਸ਼ੀ ਹੈ ਉਹ ਜੋ ਇੱਕ ਪੇਸ਼ੈਂਟ ਨੂੰ ਉਹਦਾ ਸਟ੍ਰੈਸ ਖਤਮ ਹੁੰਦਾ ਉਹਦੀ ਕੋਈ ਮੁਕਾਬਲਾ ਨਹੀਂ ਹੈ। ਡਾਕਟਰ ਸਾਹਿਬ, ਡਾਕਟਰ ਨੀਰੂ ਜਿਹੜੇ ਹੈ ਉਹ ਇੱਕ ਮੰਨੇ ਜਾਂਦੇ ਨੇ ਕਿ ਉਹ IVF ਬਚਾਉਣ ਵਾਲੇ ਡਾਕਟਰ, IVF ਕਰਨ ਵਾਲੇ ਡਾਕਟਰ ਨੇ। ਕੀ ਕਹਿਣਾ ਚਾਹੋਗੇ? ਤੁਸੀਂ ਹਮੇਸ਼ਾ IVF ਨੂੰ ਬਿਲਕੁਲ ਲਾਸਟ ਰਿਜ਼ੋਰਟ ਮੰਨਦੇ ਹੋ ਔਰ ਪਹਿਲਾਂ ਸਿੰਪਲਿਸਿਟੀ ਨਾਲ, ਕਿਉਂਕਿ ਤੁਸੀਂ ਇੱਕ ਲੈਪਰੋਸਕੋਪੀ ਸਰਜਨ ਹੋ, ਹਿਸਟੋਸਕੋਪੀ ਸਰਜਨ ਹੋ ਤੁਸੀਂ, ਔਰ ਕੋਸ਼ਿਸ਼ ਕਰਦੇ ਹੋ ਕਿ IVF ਤੇ ਜਾਣਾ ਹੀ ਨਾ ਪਵੇ। ਉਹਦੇ ਤੋਂ ਬਿਨਾਂ ਹੀ ਕੋਸ਼ਿਸ਼ ਤੁਹਾਡੀ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਕਨਸੀਵ ਕਰਵਾ ਦਾਂ, ਚਾਹੇ ਉਹ IUI ਹੈ ਸਿੰਪਲ ਮੈਥਡ ਦੇ ਨਾਲ ਜਾਂ ਉਹਨਾਂ ਨੂੰ ਕੋਈ ਹੋਰ ਸਿੰਪਲਿਸਿਟੀ ਦੇ ਨਾਲ, ਜਾਂ ਉਹਨਾਂ ਨੂੰ ਕੋਈ ਥਾਇਰਾਇਡ ਦੀ ਪ੍ਰੋਬਲਮ ਹੈਗੀ ਆ ਉਹ ਦੇਖ ਕੇ, ਐਂਡੋਮੈਟ੍ਰਿਓਸਿਸ ਹੈ, ਕੋਈ PCOD ਹੈ, ਮਤਲਬ ਹਰ ਚੀਜ਼ ਨੂੰ ਤੁਸੀਂ ਜੱਜ ਕਰਕੇ ਕੋਸ਼ਿਸ਼ ਇਹ ਕਰਦੇ ਹੋ ਕਿ ਬੰਦੇ ਨੂੰ IVF ਤੇ ਜਾਣਾ ਹੀ ਨਾ ਪਵੇ। IVF ਤਾਂ ਤੁਸੀਂ ਲਾਸਟ ਰਿਜ਼ੋਰਟ ਮੰਨਦੇ ਹੋ। ਜੀ ਬਿਲਕੁਲ, ਇਹ ਤਾਂ ਹੈ ਹੀ, ਬਟ ਲਾਸਟ ਰਿਜ਼ੋਰਟ ਦੀ ਡੈਫੀਨੇਸ਼ਨ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦੀ ਹੈ। ਅਸੀਂ ਪੇਸ਼ੈਂਟ ਦੀ ਏਜ, ਉਹਦੀ ਹਿਸਟਰੀ, ਉਹਦੀਆਂ ਰਿਪੋਰਟਸ, ਉਹਦੀਆਂ ਐਗਜ਼ਾਮੀਨੇਸ਼ਨ ਫਾਈਂਡਿੰਗਸ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ IVF ਦੀ ਸਲਾਹ ਦਿੰਦੇ ਹਾਂ। ਜੇ ਸਾਨੂੰ ਲੱਗਦਾ ਹੈ ਕਿ ਪੇਸ਼ੈਂਟ ਦੀ ਏਜ ਹਲੇ ਘੱਟ ਹੈ, ਪ੍ਰੋਬਲਮ ਇੰਨੀ ਜ਼ਿਆਦਾ ਨਹੀਂ ਹੈ, ਪਰ ਪੇਸ਼ੈਂਟ ਬਹੁਤ ਈਗਰ ਹੈ, ਉਹ IVF ਵੀ ਕਰਾਉਣ ਨੂੰ ਤਿਆਰ ਹੈ, ਬਟ ਦੈਟ ਡਜ਼ਨਟ ਮੀਨ ਮੈਂ ਉਹਨੂੰ IVF ਵੱਲ ਪੁਸ਼ ਕਰੂੰਗੀ। ਜਿਵੇਂ ਅੱਜ ਕੱਲ੍ਹ ਵੀ ਮੇਰੇ ਕੋਲ ਇੱਕ ਯੰਗ ਕਪਲ ਹੈ, ਫੀਮੇਲ ਦੀ ਏਜ 21 ਹੈ ਔਰ ਉਹਦਾ ਹਸਬੈਂਡ ਵੀ ਬਹੁਤ ਯੰਗ ਹੈ। ਉਹ ਦੋਨੋਂ ਬੱਚੇ ਇੰਨੇ ਡੈਸਪਰੇਟ ਹੈ ਕਿ ਉਹ IVF ਵੀ ਕਰਾਉਣ ਨੂੰ ਤਿਆਰ ਹੈ, ਮਤਲਬ ਪ੍ਰੈਗਨੈਂਸੀ ਹੋ ਜਾਏ। ਬਟ ਸਾਨੂੰ ਪਤਾ ਹੈ ਕਿ ਉਹਨਾਂ ਦੇ ਕੇਸ 'ਚ ਇੰਨਾ ਕੋਈ ਵੀ ਸੀਵੀਅਰ ਫੈਕਟਰ ਨਹੀਂ ਹੈ ਕਿ ਉਹ ਹੁਣੇ ਹੀ IVF ਕਰਨ। ਤਾਂ ਉਲਟਾ ਮੈਂ ਉਹਨਾਂ ਨੂੰ ਕਾਉਂਸਲ ਕੀਤਾ ਕਿ ਹਲੇ ਉਹ ਸਭ ਕੁਝ ਨਹੀਂ ਸੋਚਣਾ ਤੁਸੀਂ। ਸੋ ਇਸ ਕਰਕੇ ਲਾਸਟ ਰਿਜ਼ੋਰਟ ਦੀ ਡੈਫੀਨੇਸ਼ਨ ਕੀ ਹੈ ਕਿ ਪੇਸ਼ੈਂਟ ਦੀ ਏਜ, ਉਹਦਾ ਰਿਕਾਰਡ, ਉਹਦੀ ਹਿਸਟਰੀ, ਉਹਦੇ ਐਗਜ਼ਾਮੀਨੇਸ਼ਨ ਫਾਈਂਡਿੰਗਸ, ਉਹਦੇ ਰਿਪੋਰਟਸ, ਕੀ ਉਹ ਲਾਸਟ ਰਿਜ਼ੋਰਟ 'ਤੇ ਪਹੁੰਚ ਚੁੱਕਾ ਹੈ। ਜੇ ਉਹ ਲਾਸਟ ਰਿਜ਼ੋਰਟ 'ਤੇ ਪਹੁੰਚ ਚੁੱਕਾ ਹੈ ਤਾਂ ਹੋ ਸਕਦਾ ਮੈਂ ਉਹਨੂੰ ਫਸਟ ਵਿਜ਼ਿਟ, ਜਦੋਂ ਉਹਨਾਂ ਨੇ ਮੈਨੂੰ ਫਸਟ ਟਾਈਮ ਵਿਜ਼ਿਟ ਕੀਤਾ, ਮੈਂ ਉਹਨਾਂ ਨੂੰ IVF ਦੀ ਹੀ ਸਲਾਹ ਦੇਵਾਂ। ਲਾਸਟ ਰਿਜ਼ੋਰਟ ਪੇਸ਼ੈਂਟ ਦੀ ਸਾਰੇ ਫੈਕਟਰਸ ਨੂੰ ਦੇਖ ਕੇ ਅਸੀਂ ਡਿਸਾਈਡ ਕਰਦੇ ਹਾਂ ਔਰ ਉਸ ਹਿਸਾਬ ਨਾਲ ਉਹਨਾਂ ਨੂੰ ਸਲਾਹ ਦਿੰਦੇ ਹਾਂ। ਡਾਕਟਰ ਸਾਹਿਬ, ਇਹ ਕੰਪਲੀਟ ਸੈਂਟਰ ਹੈ ਇਨਫਰਟਿਲਿਟੀ ਨੂੰ ਫਰਟਿਲਿਟੀ 'ਚ ਬਦਲਣ ਦਾ। ਇਹਦੇ 'ਚ ਮੇਲ ਇਨਫਰਟਿਲਿਟੀ ਦੀ ਆਪਾਂ ਗੱਲ ਕਰ ਲਈਏ ਤਾਂ ਮੇਲ ਇਨਫਰਟਿਲਿਟੀ ਦੇ ਵੀ ਸਾਰੇ ਪ੍ਰੋਸੀਜਰਸ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਡਾਕਟਰ ਸਾਹਿਬ ਬਹੁਤ ਹੀ ਐਕਸਪੀਰੀਅੰਸਡ ਨੇ ਕੌੜਾ ਜੀ, ਔਰ ਤੁਸੀਂ ਖੁਦ ਜਿਹੜੇ ਹੈਗੇ ਆ ਲੈਪਰੋਸਕੋਪਿਕ ਸਰਜਨ ਹੋ। ਕੀ ਕਹਿਣਾ ਚਾਹੋਗੇ ਕਿ ਇਸ ਸੈਂਟਰ 'ਚ ਜਿਹੜਾ ਬੰਦਾ ਆ ਜਾਂਦਾ, ਜਿਹੜਾ ਸੰਤਾਨ ਸੁੱਖ ਦੀ ਪ੍ਰਾਪਤੀ ਚਾਹੁੰਦਾ, ਅਗਰ ਪਰਮਾਤਮਾ ਨੇ ਉਹਦੇ ਕਰਮਾਂ 'ਚ ਵੀ ਲਿਖਿਆ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਪਰਮਾਤਮਾ ਦੀ ਹੈ। ਕਈ ਵਾਰ IVF ਕਰਕੇ ਜੋ ਮਰਜ਼ੀ ਕਰ ਲਓ, ਵੀ ਜਿਹੜੇ ਹੈਗੇ ਚੀਜ਼ਾਂ ਨਹੀਂ ਹੁੰਦੀਆਂ। ਔਰ ਕਈ ਵਾਰੀ ਸਿੰਪਲਿਸਿਟੀ ਨਾਲ, ਜਿੱਦਾਂ ਤੁਸੀਂ ਕਾਉਂਸਲਰ ਵਧੀਆ ਹੋ, ਕਈ ਵਾਰੀ ਡੇਜ਼ ਦਾ ਨਹੀਂ ਪਤਾ ਹੁੰਦਾ ਲੋਕਾਂ ਨੂੰ। ਜਿੱਦਾਂ ਤੁਸੀਂ ਹੁਣ 21 ਸਾਲ ਦੀ ਗੱਲ ਕਰ ਰਹੇ ਹੋ, ਕਈ ਵਾਰੀ ਐਸੇ ਜਿਹੜੇ ਕਪਲਸ ਹੁੰਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ, ਕਿਉਂਕਿ ਇਹ ਚੀਜ਼ਾਂ ਸਮਾਜ 'ਚ ਟੈਬੂ ਆ ਔਰ ਲੋਕ ਡਿਸਕਸ ਨਹੀਂ ਕਰਦੇ। ਔਰ ਉਹਦੇ ਕਰਕੇ ਕਈ ਵਾਰੀ ਤੁਹਾਡੀ ਕਾਉਂਸਲਿੰਗ ਦੇ ਨਾਲ ਹੀ ਬੰਦੇ ਜਿਹੜੇ ਹੈਗੇ ਉਹ ਮਤਲਬ ਉਸ ਜ਼ੋਨ 'ਚ ਚਲੇ ਜਾਂਦੇ। ਹਾਂਜੀ ਬਿਲਕੁਲ, ਬਹੁਤ ਸਾਰੇ ਇਸ ਤਰ੍ਹਾਂ ਦੇ ਐਗਜ਼ਾਮਪਲਸ ਨੇ ਕਿ ਅਸੀਂ IUI ਕੀਤਾ ਇੱਕ ਵਾਰ, 2 ਵਾਰ, ਔਰ ਫਿਰ ਮੈਂ ਪੇਸ਼ੈਂਟਸ ਨੂੰ ਗਾਈਡ ਕੀਤਾ ਕਿ ਹੁਣ ਤੁਸੀਂ ਇੱਕ ਵਾਰ ਸਾਰੇ ਟਰੀਟਮੈਂਟਸ ਛੱਡ ਦਿਓ, ਆਪਾਂ 6 ਮੰਥਸ ਜਾਂ 1 ਈਅਰ ਦਾ ਗੈਪ ਪਾਵਾਂਗੇ ਔਰ ਉਸ ਗੈਪ 'ਚ ਹੀ ਪੇਸ਼ੈਂਟ ਕਨਸੀਵ ਕਰ ਜਾਂਦਾ ਹੈ। ਬਿਕੋਜ਼ ਪ੍ਰੋਪਰ ਕਾਉਂਸਲਿੰਗ ਐਟ ਐਵਰੀ ਵਿਜ਼ਿਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਪੇਸ਼ੈਂਟ ਕਈ ਵਾਰ ਆਪਣੇ ਸਰਾਊਂਡਿੰਗ ਦਾ, ਆਪਣੀ ਫੈਮਿਲੀ ਦਾ ਸਟ੍ਰੈਸ ਲੈ ਰਿਹਾ ਹੁੰਦਾ ਔਰ ਉਹੀ ਇੱਕ ਕਾਰਨ ਬਣ ਰਿਹਾ ਹੁੰਦਾ ਪ੍ਰੈਗਨੈਂਸੀ ਨਾ ਹੋਣ ਦਾ। ਇਸ ਕਰਕੇ ਅਸੀਂ ਹਮੇਸ਼ਾ ਪੇਸ਼ੈਂਟ ਦੇ ਨਾਲ ਡਿਸਕਸ਼ਨ 'ਚ ਰਹਿ ਕੇ ਉਹਦੀ ਆਪਣੀ ਮਰਜ਼ੀ ਔਰ ਪਲੱਸ ਸਾਡੀ ਨੌਲੇਜ ਦੇ ਹਿਸਾਬ ਨਾਲ ਜੋ ਸਾਡੀ ਉਹਨੂੰ ਗਾਈਡੈਂਸ ਹੈ, ਮਿਲਾ ਕੇ ਅਸੀਂ ਇੱਕ ਆਪਸ 'ਚ ਮਿਲ ਕੇ ਇੱਕ ਪਲਾਨ ਚੌਕ ਆਊਟ ਕਰਦੇ ਹਾਂ ਕਿ ਠੀਕ ਹੈ, ਜੇ ਪੇਸ਼ੈਂਟ ਆਪਣੀ ਕੋਈ ਮਜਬੂਰੀ ਜਾਂ ਆਪਣਾ ਕੋਈ ਥਾਟ ਪ੍ਰੋਸੈਸ ਦੱਸਦਾ, ਅਸੀਂ ਉਹਨੂੰ ਵੀ ਇਨਕਲੂਡ ਕਰਕੇ ਚੱਲਦੇ ਹਾਂ ਔਰ ਥੋੜ੍ਹਾ ਅਸੀਂ ਆਪਣੀ ਵੀ ਗਾਈਡੈਂਸ ਉਹਨੂੰ ਦਿੰਦੇ ਹਾਂ ਔਰ
ਇੱਕ ਗਾਈਡ ਇੱਕ ਹਮੇਸ਼ਾ ਮੈਂ ਪੇਸ਼ੈਂਟ ਨੂੰ ਕਹਿੰਦੀ ਹਾਂ ਨੈਕਸਟ 6 ਮੰਥਸ ਦਾ ਆਪਾਂ ਇੱਕ ਪਲਾਨ ਚੌਕ ਆਊਟ ਕਰਕੇ ਚੱਲੀਏ ਕਿ ਕਿੰਨੀ ਦੇਰ ਨੈਚੁਰਲ ਟਰਾਈ ਕਰਨੀ ਹੈ, ਕਿੰਨੀ ਦੇਰ IUI ਕਰਨਾ ਹੈ ਔਰ ਕਦੋਂ ਆਪਾਂ IVF ਬਾਰੇ ਸੋਚਣਾ ਹੈ। ਡਾਕਟਰ ਸਾਹਿਬ, ਤੁਹਾਡੇ 8 ਸਾਲਾਂ ਦੇ 9 ਸਾਲਾਂ ਦੇ ਸਫ਼ਰ ਦੇ ਵਿੱਚ ਤੁਸੀਂ ਇੰਨੀ ਸਕਸੈਸਫੁਲ ਡਾਕਟਰ ਹੋ ਔਰ ਪ੍ਰਮਾਤਮਾ ਨੇ ਹਰ ਪਾਸੇ ਰੰਗ ਲਾਏ ਹੋਏ ਨੇ। ਹਸਪੀਟਲ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼, ਜਿਹੜੀ ਵੀ ਕੋਈ ਨਈ ਮਸ਼ੀਨਰੀ ਆਉਂਦੀ ਹੈ, ਡਾਕਟਰ ਨੀਲੂ ਤੇ ਡਾਕਟਰ ਸਾਹਿਬ ਜਿਹੜੇ ਨੇ ਆਪਣੇ ਤੁਹਾਡੇ ਹਸਬੈਂਡ ਹਮੇਸ਼ਾ ਪਹਿਲਾਂ ਇੱਥੇ ਇੰਸਟਾਲ ਕਰ ਦਿਓ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਔਰ 8 ਸਾਲ ਦੇ ਬਾਅਦ ਮਿਲਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।